ਹੈਲੋ। ਹਾਂਜੀ, ਮੈਂ ਰਮਨਦੀਪ ਕੌਰ, ਇੰਸਟਰਕਟਰ ਬੇਸਿਕ ਕੋਸਮੈਟੋਲੋਜੀ ਫਰੋਮ ਬਾਬਾ ਫਰੀਦ ITI ਭੁੱਚੋ। ਹਾਂਜੀ, ਅੱਜ ਅਸੀਂ ਬੇਸਿਕ ਕੋਸਮੈਟੋਲੋਜੀ ਦੇ ਟੌਪਿਕ ਸਕਿਨ ਸਟਰਕਚਰ ਬਾਰੇ ਗੱਲ ਕਰਾਂਗੇ, ਜਿਸ ਦੇ ਵਿੱਚ ਅਸੀਂ ਸਕਿਨ ਅਨਾਟੋਮੀ ਐਂਡ ਫਿਜ਼ੀਓਲੋਜੀ ਬਾਰੇ ਗੱਲ ਕਰ ਰਹੇ ਹਾਂ ਅਸੀਂ ਕਿ ਸਕਿਨ ਕੀ ਚੀਜ਼ ਹੁੰਦੀ ਹੈ। ਹਾਂਜੀ, ਅਸੀਂ ਇਸ ਵਿੱਚ ਸਕਿਨ ਸਟਰਕਚਰ ਬਾਰੇ ਗੱਲ ਕਰਾਂਗੇ ਅਤੇ ਅਸੀਂ ਦੇਖਦੇ ਹਾਂ ਕਿ ਸਕਿਨ ਕੀ ਚੀਜ਼ ਹੁੰਦੀ ਹੈ, ਬੇਸਿਕਲੀ ਸਕਿਨ ਕੀ ਚੀਜ਼ ਹੁੰਦੀ ਹੈ। ਹਾਂਜੀ, ਜਿੱਦਾਂ ਫਸਟ ਹੈ ਕਿ ਸਕਿਨ ਇਜ਼ ਦਾ ਸੋਫਟ ਆਊਟਰ ਕਵਰਿੰਗ ਐਂਡ ਇਜ਼ ਵਨ ਆਫ ਦਾ ਲਾਰਜੈਸਟ ਔਰਗਨ ਆਫ ਦਾ ਬੋਡੀ। ਜੋ ਸਕਿਨ ਹੁੰਦੀ ਹੈ ਸਾਡੀ ਜਿਹੜੀ ਬੋਡੀ ਹੈ, ਬੋਡੀ ਨੂੰ ਕਵਰ ਕਰਦੀ ਹੈ। ਆਊਟਿੰਗ ਕਵਰਿੰਗ ਮਤਲਬ ਸਾਡਾ ਜਿਹੜੇ ਸਰੀਰ ਨੂੰ ਇਹ ਢੱਕ ਕੇ ਰੱਖਦੀ ਹੈ। ਇਹ ਇੱਕ ਸਾਡੀ ਜਿਹੜੀ ਬੋਡੀ ਦਾ ਬਹੁਤ ਵੱਡਾ ਔਰਗਨ ਹੁੰਦੀ ਹੈ ਐਂਡ ਇਸ ਤਰ੍ਹਾਂ ਇੱਕ ਰੇਨਕੋਟ ਦੀ ਤਰ੍ਹਾਂ ਸਾਡੀ ਬੋਡੀ ਲਈ ਇਹ ਕੰਮ ਕਰਦੀ ਹੈ ਕਿ ਜਿਸ ਤਰ੍ਹਾਂ ਸਾਡੇ ਵੀ ਮਤਲਬ ਸਕਿਨ ਉੱਪਰ ਕੋਈ ਵੀ ਪਾਣੀ ਵਗੈਰਾ ਪੈਂਦਾ ਹੈ ਜਾਂ ਇਸ ਤਰ੍ਹਾਂ ਕੋਈ ਵੀ ਮਤਲਬ ਇਹਦੇ ਨਾਲ ਸਕਿਨ ਖਰਾਬ ਨਹੀਂ ਹੁੰਦੀ। ਇਸ ਤਰ੍ਹਾਂ ਇੱਕ ਰੇਨਕੋਟ ਦੀ ਤਰ੍ਹਾਂ ਸਕਿਨ ਵੀ ਸਾਡੀ ਸੇਫਟੀ ਕਰਦੀ ਹੈ। ਅਤੇ ਇਸ ਤੋਂ ਇਲਾਵਾ ਜਿਵੇਂ ਆਪਣੇ ਇਨਵਾਇਰਮੈਂਟ ਵਿੱਚ ਮੌਜੂਦ ਜਿੰਨੇ ਵੀ ਆਪਣੇ ਹੁੰਦੇ ਨੇ, ਜੋ ਵੀ ਆ ਫੰਗਸ, ਵਾਇਰਸ ਐਂਡ ਡਸਟ ਵਗੈਰਾ, ਜੋ ਵੀ ਮਤਲਬ ਇਨਫੈਕਸ਼ਨ ਵਗੈਰਾ ਹੁੰਦੀ ਹੈ, ਉਹ ਸਾਡੀ ਬੋਡੀ ਦੇ ਅੰਦਰ ਜਾਣ ਤੋਂ ਜਿਹੜੀ ਸਕਿਨ ਹੈ ਸਾਡੀ ਉਹਨੂੰ ਕੰਟਰੋਲ ਕਰਦੀ, ਰੋਕਦੀ ਹੈ। ਇਸ ਤਰ੍ਹਾਂ ਕਿ ਸੇਫਟੀ ਦਾ ਕੰਮ ਵੀ ਕਰਦੀ ਹੈ ਸਾਡੇ ਲਈ ਕਿ ਕੋਈ ਵੀ ਇਨਫੈਕਸ਼ਨ ਵਗੈਰਾ ਜੋ ਵੀ ਸਾਡੇ ਮਤਲਬ ਬੋਡੀ ਅੰਦਰ ਡਾਇਰੈਕਟਲੀ ਐਂਟਰ ਨਹੀਂ ਕਰ ਸਕਦੀ। ਇਸ ਤਰ੍ਹਾਂ ਜੋ ਸਕਿਨ ਹੈ ਉਹ ਸਾਡੀ ਜਿਹੜੀ ਬੋਡੀ ਦਾ ਬਹੁਤ ਵੱਡਾ ਔਰਗਨ ਹੈ, ਬਟ ਆਊਟਰ ਬੋਡੀ ਦਾ, ਠੀਕ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਸਾਡੀ ਸੇਫਟੀ ਕਰਦੀ ਹੈ ਬਾਹਰਲੇ ਇਨਵਾਇਰਮੈਂਟ ਤੋਂ, ਜੋ ਵੀ ਪੋਲਿਊਸ਼ਨ ਹੁੰਦਾ, ਡਸਟ ਪਾਰਟੀਕਲਸ ਹੁੰਦੇ ਆ, ਉਹਨਾਂ ਤੋਂ ਸਾਡੀ ਸੇਫਟੀ ਕਰਦੀ ਹੈ, ਠੀਕ ਹੈ। ਇਸ ਤਰ੍ਹਾਂ ਜੋ ਸਕਿਨ ਹੈ ਸਾਡੀ ਜਿਹੜੀ ਬੋਡੀ ਦਾ ਮਤਲਬ ਬਹੁਤ ਵੱਡਾ ਔਰਗਨ ਹੈ, ਬਟ ਆਊਟਰ ਬੋਡੀ ਦਾ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਵੀ ਜਿਹੜੇ ਬਾਹਰਲੇ ਇਨਵਾਇਰਮੈਂਟ ਤੋਂ ਸਾਡੀ ਜਿਹੜੀ ਸੇਫਟੀ ਕਰਦੀ ਹੈ ਔਰ ਸਾਡੀ ਬੋਡੀ ਨੂੰ ਕਵਰ ਕਰਕੇ ਰੱਖਦੀ ਹੈ, ਠੀਕ ਹੈ। ਇਸ ਤਰ੍ਹਾਂ ਜਿਹੜੇ ਇਸ ਸਕਿਨ ਨੂੰ ਕਵਰ ਕਰਦੇ ਆ ਬੋਡੀ ਸਿਸਟਮ, ਇੰਟੀਗਿਊਮੈਂਟਰੀ ਸਿਸਟਮ ਦੇ ਰਾਹੀਂ। ਇਸ ਸਿਸਟਮ ਦੇ ਰਾਹੀਂ ਅਸੀਂ ਜਿਹੜੀ ਸਕਿਨ ਦੀ ਸਟੱਡੀ ਕਰਦੇ ਹਾਂ, ਸਕਿਨ ਨੂੰ ਸਮਝਦੇ ਹਾਂ, ਠੀਕ ਹੈ। ਜਿਵੇਂ ਬੇਸਿਕਲੀ ਜਿਹੜਾ ਸਾਡਾ ਸਰੀਰ ਹੈ, ਸਾਡੀ ਬੋਡੀ ਹੈ, ਉਹਨੂੰ 11 ਸਿਸਟਮ ਦੇ ਵਿੱਚ ਵੰਡਿਆ ਜਾਂਦਾ ਹੈ। ਅਤੇ ਜਿਹੜਾ ਸਾਡੇ ਸਰੀਰ ਦਾ ਸਭ ਤੋਂ ਛੋਟਾ ਪਾਰਟ ਹੈ ਉਹ ਹੁੰਦਾ ਸੈੱਲ, ਅਤੇ ਬਹੁਤ ਸਾਰੇ ਸੈੱਲਸ ਨੂੰ ਮਿਲਾ ਕੇ ਟਿਸ਼ੂ ਬਣਦੇ ਆ। ਬਹੁਤ ਸਾਰੇ ਟਿਸ਼ੂਜ਼ ਨੂੰ ਮਿਲਾ ਕੇ ਔਰਗਨ ਬਣਦੇ ਨੇ, ਅਤੇ ਬਹੁਤ ਸਾਰੇ ਔਰਗਨਸ ਨੂੰ ਮਿਲਾ ਕੇ ਸਿਸਟਮ, ਐਂਡ ਬਹੁਤ ਸਾਰੇ ਸਿਸਟਮ ਨੂੰ ਮਿਲਾ ਕੇ ਬੋਡੀ। ਜਿਸ ਤਰ੍ਹਾਂ ਅਸੀਂ ਇਹਨਾਂ ਵਿੱਚ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਇੰਟੀਗਿਊਮੈਂਟਰੀ ਸਿਸਟਮ ਵਿੱਚ ਅਸੀਂ ਸਕਿਨ ਦੀ ਸਟੱਡੀ ਕਰਦੇ ਹਾਂ, ਉਸ ਦੇ ਵਿੱਚ ਅਸੀਂ ਸਕਿਨ ਐਂਡ ਹੇਅਰ, ਹੋਰ ਵੀ ਜੋ ਵੀ ਸਟਰਕਚਰ ਹੈ ਸਾਡੀ ਬੋਡੀ ਦਾ, ਅਸੀਂ ਉਹਦੇ 'ਤੇ ਫੋਕਸ ਕਰਦੇ ਹਾਂ, ਠੀਕ ਹੈ। ਅਤੇ ਇਹਦੇ ਵਿੱਚ ਜਿਵੇਂ ਬਹੁਤ ਸਾਰੇ ਟਿਸ਼ੂਜ਼ ਹੁੰਦੇ ਨੇ, ਜਿਹੜੇ ਟਿਸ਼ੂਜ਼ ਹੁੰਦੇ ਨੇ ਔਰਗਨ ਟਿਸ਼ੂਜ਼, ਸੈੱਲਸ ਸਾਰੇ, ਜੋ ਕਿ ਮਿਲਾ ਕੇ ਕਿਸੇ ਵੀ ਫੰਕਸ਼ਨਸ ਨੂੰ, ਬੋਡੀ ਦੇ ਫੰਕਸ਼ਨ ਨੂੰ, ਸਿਸਟਮ ਨੂੰ ਪੂਰਾ ਕਰਨ ਵਿੱਚ ਹੈਲਪ ਕਰਦੇ ਨੇ। ਇਸ ਤਰ੍ਹਾਂ ਅਸੀਂ ਜਿਵੇਂ ਬੋਡੀ ਦੇ ਵੱਖ-ਵੱਖ ਸਟਰਕਚਰਸ ਦੇ ਵਿੱਚੋਂ ਓਨਲੀ ਸਕਿਨ ਦੀ ਸਟੱਡੀ ਕਰ ਰਹੇ ਹਾਂ, ਸਕਿਨ ਬਾਰੇ ਜਾਣ ਰਹੇ ਹਾਂ। ਤਾਂ ਜੋ ਨੈਕਸਟ ਹੈ ਕਿ ਜਿਹੜੀ ਸਾਡੀ ਸਕਿਨ ਹੈ, ਇਟ ਇਜ਼ ਅ ਟਫ ਵਾਟਰਪ੍ਰੂਫ, ਸਟਰੈਚੇਬਲ ਐਂਡ ਵਾਸ਼ੇਬਲ। ਜਿਹੜੀ ਸਾਡੀ ਸਕਿਨ ਹੁੰਦੀ ਹੈ ਬਹੁਤ ਟਫ ਹੁੰਦੀ ਹੈ, ਵਾਟਰਪ੍ਰੂਫ ਹੁੰਦੀ ਹੈ, ਸਟਰੈਚੇਬਲ ਹੁੰਦੀ ਹੈ ਐਂਡ ਵਾਸ਼ੇਬਲ, ਮਤਲਬ ਕਿ ਇਹਦੇ ਵਿੱਚ ਜਿਵੇਂ ਕਿ ਸਾਡੀ ਸਕਿਨ ਉੱਪਰ ਕੋਈ ਪਾਣੀ ਵਗੈਰਾ ਪੈਂਦਾ ਹੈ ਤਾਂ ਇਹ ਜਿਵੇਂ ਤੁਹਾਨੂੰ ਦੱਸਿਆ ਕਿ ਰੇਨਕੋਟ ਦਾ ਕੰਮ ਕਰਦੀ ਹੈ ਸਾਡੇ ਲਈ। ਇਹ ਤਾਂ ਹੈ ਨਹੀਂ ਵੀ ਜੇ ਸਾਡੀ ਬੋਡੀ ਉੱਪਰ ਜਾਂ ਸਾਡੀ ਸਕਿਨ ਉੱਪਰ ਪਾਣੀ ਪੈ ਜਾਂਦਾ ਹੈ ਤਾਂ ਇਹ ਖ਼ਰਾਬ ਹੋ ਜਾਂਦੀ ਹੈ ਜਾਂ ਇਕੱਠੀ ਹੋ ਜਾਂਦੀ, ਕਿੱਦਾਂ ਵੀ ਹੈ, ਇਸ ਤਰ੍ਹਾਂ ਦੀ ਇਹਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ। ਇਹ ਵਾਟਰਪ੍ਰੂਫ ਹੁੰਦੀ ਹੈ, ਸਟਰੈਚੇਬਲ ਹੁੰਦੀ ਹੈ, ਠੀਕ ਹੈ। ਜਿਸ ਕਰਕੇ ਇਹਨੂੰ ਪਾਣੀ ਨਾਲ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਅਤੇ ਸਾਡੀ ਜਿਹੜੀ ਬੋਡੀ ਦੀ ਇਹ ਰੱਖਿਆ ਕਰਦੀ ਹੈ, ਠੀਕ ਹੈ। ਜਿਹੜੀ ਐਪੀਡਰਮਿਸ ਲੇਅਰ ਹੁੰਦੀ ਹੈ, ਜਿਹੜੀ ਸਾਡੀ ਆਊਟਿੰਗ ਕਵਰਿੰਗ ਹੁੰਦੀ ਹੈ, ਇਹ ਸਾਡੀ ਜਿਹੜੀ ਮਤਲਬ ਬੋਡੀ ਦੀ ਹੈ ਸੇਫਟੀ ਕਰਦੀ ਹੈ। ਜੇਕਰ ਅਸੀਂ ਸਕਿਨ ਨੂੰ ਬਾਹਰ ਕੱਢ ਕੇ ਦੇਖਦੇ ਹਾਂ ਤਾਂ ਇਹ ਅਪਰੋਕਸੀਮੇਟਲੀ 20 ਤੋਂ 22 ਸਕੁਏਅਰ ਫੀਟ ਏਰੀਆ ਕਵਰ ਕਰਦੀ ਹੈ। ਐਂਡ ਜਿਹੜੀ ਇਹਦੀ ਥਿਕਨੈਸ ਹੁੰਦੀ ਹੈ ਅਤੇ ਇਹ ਘੱਟੋ ਘੱਟ ਇਹਦੀ ਹੁੰਦੀ ਹੈ 3 ਤੋਂ 3.5 mm ਹੁੰਦੀ ਹੈ। ਮਤਲਬ ਕਿ ਇਹ ਥਿਕਨੈਸ ਸਾਡੀ ਬੋਡੀ ਦੇ ਪਾਰਟਸ ਉੱਪਰ ਵੀ ਡਿਪੈਂਡ ਕਰਦੀ ਹੈ। ਜਿਵੇਂ ਕਿ ਸਾਡੇ ਜਿਹੜੀ ਆਈਜ਼ ਦੀ ਉੱਪਰਲੀ ਸਕਿਨ ਹੁੰਦੀ ਹੈ ਤਾਂ ਬਹੁਤ ਪਤਲੀ ਹੁੰਦੀ ਹੈ, ਅਤੇ ਜੇਕਰ ਅਸੀਂ ਪੈਰਾਂ ਦੇ ਤਲਵੇ ਦੀ ਗੱਲ ਕਰੀਏ ਤਾਂ ਬਹੁਤ ਹਾਰਡ ਸਕਿਨ ਹੁੰਦੀ ਹੈ। ਤਾਂ ਇਸ ਦੀ ਜਿਹੜੀ ਥਿਕਨੈਸ ਹੁੰਦੀ ਹੈ 3 ਤੋਂ 3.5 mm ਹੁੰਦੀ ਹੈ। ਇਸ ਤਰ੍ਹਾਂ ਜੇਕਰ ਅਸੀਂ ਸਕਿਨ ਦੇ ਵੇਟ ਦੀ ਗੱਲ ਕਰਦੇ ਹਾਂ ਤਾਂ ਉਹ ਹੈ 15% ਆਫ ਬੋਡੀ ਵੇਟ। ਅਪਰੋਕਸੀਮੇਟਲੀ ਜਿਹੜਾ 15% ਹੁੰਦਾ ਤਾਂ ਉਹ ਬੋਡੀ ਵੇਟ ਹੁੰਦਾ ਹੈ। ਜੇਕਰ 100 kg ਸਾਡਾ ਟੋਟਲ ਵੇਟ, ਬੋਡੀ ਵੇਟ 100 kg ਹੈ ਤਾਂ ਉਸ ਦੇ ਵਿੱਚੋਂ 15 kg ਬਿਕੋਜ਼ ਆਫ ਯੂਰ ਸਕਿਨ। ਤਾਂ ਇਸ ਤਰ੍ਹਾਂ ਮਤਲਬ ਜਿਹੜਾ 15 kg ਹੈ ਤੁਹਾਡਾ ਬੋਡੀ ਵੇਟ ਦੇ ਵਿੱਚੋਂ 15 kg ਤੁਹਾਡਾ ਸਕਿਨ ਵੇਟ ਹੋਊਗਾ, ਠੀਕ ਹੈ। ਜੇਕਰ ਸਕਿਨ ਮਤਲਬ ਇਸ ਤਰ੍ਹਾਂ ਜਿਹੜਾ ਸਕਿਨ ਦਾ ਜਿਹੜਾ ਜ਼ਰੂਰੀ ਕੰਮ ਹੁੰਦਾ ਉਹ ਹੁੰਦਾ ਪ੍ਰੋਟੈਕਸ਼ਨ ਦਾ। ਇਟ ਇਜ਼ ਦਾ ਮੋਸਟ ਹਾਰਡ ਵਰਕਿੰਗ ਲੇਅਰ ਆਫ ਦਾ ਬੋਡੀ, ਜੋ ਕਿ ਦਿਨ ਰਾਤ ਕੰਮ ਕਰਦਾ ਹੈ ਅਤੇ ਸਾਨੂੰ ਜੋ ਕਿ ਬਾਹਰੇ ਇਨਵਾਇਰਮੈਂਟ ਤੋਂ ਬਚਾਉਂਦਾ ਵੀ ਹੈ, ਕਿਉਂਕਿ ਜੋ ਕਿ ਮੇਜਰ ਫੰਕਸ਼ਨ ਆਫ ਦਾ ਸਕਿਨ ਇਜ਼ ਪ੍ਰੋਟੈਕਸ਼ਨ।
ਹੁਣ ਜੇਕਰ ਅਸੀਂ ਸਕਿਨ ਦੀ ਗੱਲ ਕਰਦੇ ਹਾਂ ਤਾਂ ਜਿਹੜੀ ਸਾਡੀ ਸਕਿਨ ਹੈ ਬੇਸਿਕਲੀ ਫॉर द 3 ਲੇਅਰਸ ਹੁੰਦੀਆਂ ਨੇ, ਇਹਦੇ ਦੀਆਂ 3 ਲੇਅਰ ਤੋਂ ਬਣੀ ਹੁੰਦੀ ਹੈ ਬੇਸਿਕਲੀ। ਤਾਂ ਜਿਹੜੀ ਇਸ ਦੀ ਟੌਪ ਮੋਸਟ ਲੇਅਰ ਹੈ ਐਪੀਡਰਮਿਸ, ਮਿਡਲ ਲੇਅਰ ਡਰਮਿਸ ਐਂਡ ਲਾਸਟ ਲੇਅਰ ਜਿਸ ਨੂੰ ਅਸੀਂ ਸਬਕਿਊਟਨੀਅਸ ਲੇਅਰ ਕਹਿੰਦੇ ਹਾਂ ਜਾਂ ਹਾਈਪੋਡਰਮਿਸ ਵੀ ਕਹਿ ਦਿੰਦੇ ਹਾਂ। ਨੈਕਸਟ ਸਕਿਨ ਲੇਅਰਸ, the 3 major layer of the skin are the epidermis, dermis, the hypodermis। ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਆਪਣੀਆਂ ਜਿਹੜੀਆਂ ਸਕਿਨ ਦੀਆਂ 3 ਲੇਅਰ ਨੇ। ਫਸਟ ਲੇਅਰ ਹੈ ਜਿਹੜੀ ਦਾ ਐਪੀਡਰਮਿਸ, ਸੈਕਿੰਡ ਡਰਮਿਸ ਐਂਡ ਜਿਹੜੀ ਥਰਡ ਹੈ ਉਹ ਹਾਈਪੋਡਰਮਿਸ ਹੈ, ਜਿਸ ਨੂੰ ਅਸੀਂ ਸਬਕਿਊਟੇਨੀਅਸ ਲੇਅਰ ਵੀ ਕਹਿ ਦਿੰਦੇ ਹਾਂ। ਤਾਂ ਇਹਨਾਂ ਲੇਅਰ ਦੇ ਵਿੱਚੋਂ ਸਭ ਤੋਂ ਪਹਿਲਾਂ ਅਸੀਂ ਸਕਿਨ ਦੀ ਆਊਟਰ ਕਵਰਿੰਗ ਜਿਹੜੀ ਹੈਗੀ ਹੈ ਐਪੀਡਰਮਿਸ ਲੇਅਰ ਬਾਰੇ ਗੱਲ ਕਰਾਂਗੇ ਕਿ ਇਹ ਲੇਅਰ ਕਿਸ ਤਰ੍ਹਾਂ ਬਣਦੀ ਹੈ ਅਤੇ ਅਸੀਂ ਅੱਗੇ ਕਿੰਨੀਆਂ ਲੇਅਰਸ ਹੁੰਦੀਆਂ ਨੇ। ਹਾਂਜੀ, ਜਿਹੜੀ ਐਪੀਡਰਮਿਸ ਲੇਅਰ ਹੈ ਦਿਸ ਇਜ਼ ਦਾ ਅਪਰ ਮੋਸਟ ਲੇਅਰ ਆਫ ਦਾ ਸਕਿਨ ਦੈਟ ਵੀ ਕੈਨ ਸੀ, ਟੱਚ ਐਂਡ ਫੀਲ। ਜੋ ਐਪੀਡਰਮਿਸ ਲੇਅਰ ਇਹ ਸਾਡੀ ਜਿਹੜੀ ਬੋਡੀ ਦੀ ਅਪਰ ਮੋਸਟ ਲੇਅਰ ਹੈ, ਬਾਹਰ ਜਿਹੜੀ ਤੁਹਾਨੂੰ ਦੱਸਿਆ ਪਹਿਲਾਂ ਵੀ ਆਊਟਿੰਗ ਕਵਰਿੰਗ ਹੁੰਦੀ ਹੈ, ਜਿਸ ਨੂੰ ਅਸੀਂ ਦੇਖ ਸਕਦੇ ਹਾਂ, ਟੱਚ ਕਰ ਸਕਦੇ ਹਾਂ, ਫੀਲ ਕਰ ਸਕਦੇ ਹਾਂ। ਅਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਦੱਸਿਆ ਕਿ ਜੇ ਕੰਪੋਜ਼ਡ ਆਫ ਐਪੀਥੈਲੀਅਲ ਟਿਸ਼ੂਜ਼, ਜਿਸ ਤਰ੍ਹਾਂ ਕਿ ਸਾਡਾ ਜਿਹੜਾ ਮਤਲਬ ਬੋਡੀ ਹੈ, ਸਾਡਾ ਸਰੀਰ ਹੈ, ਸਾਰਾ ਸੈਲਸ, ਟਿਸ਼ੂਜ਼, ਨਰਵਸ, ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਮਿਲ ਕੇ ਬਣਿਆ ਹੋਇਆ। ਤਾਂ ਜਿਹੜੇ ਇਸ ਤਰ੍ਹਾਂ ਦੇ ਸਾਡੇ ਸਰੀਰ ਦੇ ਅੰਦਰ ਇੱਕ ਟਿਸ਼ੂਜ਼ ਹੁੰਦੇ ਨੇ ਐਪੀਥੈਲੀਅਲ ਟਿਸ਼ੂ, ਤਾਂ ਜਿਹੜੀ ਐਪੀਡਰਮਿਸ ਲੇਅਰ ਹੁੰਦੀ ਹੈ ਤਾਂ ਇਹ ਐਪੀਥੈਲੀਅਲ ਟਿਸ਼ੂਜ਼ ਤੋਂ ਬਣਦੀ ਹੈ। The next in epidermis has no blood supply and is nourished by diffused oxygen from surrounding air। ਤਾਂ ਜਿਹੜੀ ਐਪੀਡਰਮਿਸ ਲੇਅਰ ਇਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਲੱਡ ਸਪਲਾਈ ਨਹੀਂ ਹੁੰਦੀ, ਯਾਨੀ ਕਿ ਇਸ ਵਿੱਚ ਕੋਈ ਵੀ ਜਿਸ ਦੀ ਕੋਈ ਵੀ ਨਰਿਸ਼ਮੈਂਟ ਹੈ ਤਾਂ ਉਹ ਇਹਦੀ ਡਰਮਿਸ ਤੋਂ ਹੁੰਦੀ ਹੈ। ਜਿਵੇਂ ਕਿ ਸਾਡੇ ਸਰੀਰ ਨੂੰ ਜਿਉਂਦੇ ਰਹਿਣ ਲਈ ਸਾਨੂੰ 3 ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਜਿਵੇਂ ਆਕਸੀਜਨ, ਵਾਟਰ ਐਂਡ ਫੂਡ। these are the 3 basic needs of my life। ਇਹ 3 ਚੀਜ਼ਾਂ ਜੋ ਕਿ ਆਕਸੀਜਨ, ਵਾਟਰ, ਫੂਡ ਹੈ, ਇਹ ਸਾਡੇ ਸਰੀਰ ਦੇ ਹਰ ਸੈੱਲ ਦੀ ਜ਼ਰੂਰਤ ਹੁੰਦੀ ਨੇ, ਕਿਉਂਕਿ ਜੇਕਰ ਇਹ ਮਿਲਣਗੇ ਤਾਂ ਸਾਡਾ ਮਤਲਬ ਸਰੀਰ ਫਿਰ ਹੀ ਜਿਉਂਦਾ ਰਹਿ ਸਕਦਾ ਜਾਂ ਵਧੀਆ ਤਰੀਕੇ ਨਾਲ ਕੰਮ ਕਰ ਸਕਦਾ। ਇਹ ਤਿੰਨੇ ਸੈੱਲ ਜਿਹੜੇ ਹੁੰਦੇ ਨੇ, ਤਿੰਨੇ ਚੀਜ਼ਾਂ ਹੁੰਦੀਆਂ ਨੇ ਸਾਡੇ ਹਰ ਸੈੱਲ ਤੱਕ ਪਹੁੰਚਾਉਣ ਦਾ ਕੰਮ ਹੈ, ਜੋ ਕਿ ਉਹ ਬਲੱਡ ਦਾ ਹੁੰਦਾ ਹੈ, ਕਿਉਂਕਿ ਬਲੱਡ ਹੀ ਸਾਡੀ ਬੋਡੀ ਦੇ ਵਿੱਚ ਇੱਕ ਇਹੋ ਜਿਹੀ ਚੀਜ਼ ਹੈ ਜੋ ਕਿ ਇੱਕ ਸਰਕੂਲੇਟਰੀ ਸਿਸਟਮ ਦਾ ਕੰਮ ਕਰਦੀ ਹੈ। ਤਾਂ ਜਿਹੜੀ ਆਕਸੀਜਨ, ਵਾਟਰ ਐਂਡ ਫੂਡ ਹੈ ਉਹ ਬਲੱਡ ਸਰਕੂਲੇਸ਼ਨ ਰਾਹੀਂ ਜਾਂ ਬਲੱਡ ਰਾਹੀਂ ਉਹ ਹਰ ਸੈੱਲ ਤੱਕ ਪਹੁੰਚਾਈ ਜਾਂਦੀ ਹੈ, ਤਾਂ ਕਿ ਮਤਲਬ ਜਿਹੜਾ ਉਹਦੇ ਵਿੱਚ ਵੇਸਟ ਮਟੀਰੀਅਲ ਹੁੰਦਾ ਉਹ ਸਾਡੇ ਸਰੀਰ ਵਿੱਚੋਂ ਬਾਹਰ ਕੱਢਿਆ ਜਾਂਦਾ। ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਐਪੀਡਰਮਿਸ ਲੇਅਰ ਹੁੰਦੀ ਹੈ ਉਸ ਵਿੱਚ ਕੋਈ ਵੀ ਬਲੱਡ ਵੈਸਲ ਜਾਂ ਕੋਈ ਬਲੱਡ ਸਪਲਾਈ ਨਹੀਂ ਹੁੰਦੀ ਹੈ, ਤਾਂ ਜੋ ਇਸ ਦੇ ਸੈੱਲ ਹਨ ਜਾਂ ਉਹਨਾਂ ਨੂੰ ਕੋਈ ਵੀ ਜੋ ਨਰਿਸ਼ਮੈਂਟ ਮਿਲਦੀ ਹੈ ਉਹ ਡਰਮਿਸ ਦੇ ਦੁਆਰਾ ਹੀ ਮਿਲਦੀ ਹੈ। ਅਤੇ ਜੇਕਰ ਅਸੀਂ ਇਹਦੀ ਥਿਕਨੈਸ ਦੀ ਗੱਲ ਕਰੀਏ ਤਾਂ ਅਪਰੋਕਸੀਮੇਟਲੀ 0.1 mm ਹੁੰਦੀ ਹੈ। ਤਾਂ ਐਕਟਸ ਐਜ਼ ਪ੍ਰੋਟੈਕਟਿਵ ਬੈਰੀਅਰ ਬਾਈ ਪ੍ਰੀਵੈਂਟਿੰਗ ਪੈਥੋਜਨਸ ਫਰੋਮ ਐਂਟਰਿੰਗ। ਠੀਕ ਹੈ ਜੀ। ਇਸ ਦਾ ਜਿਹੜਾ ਮੇਜਰ ਕੰਮ ਹੈ, ਐਪੀਡਰਮਿਸ ਦਾ ਮੇਜਰ ਕੰਮ ਹੈ ਜੋ ਉਹ ਹੈਗਾ ਪ੍ਰੋਟੈਕਸ਼ਨ ਦਾ, ਕਿ ਜੋ ਕਿ ਪ੍ਰੋਟੈਕਸ਼ਨ ਫਰੋਮ ਦਾ ਆਊਟਰ ਇਨਵਾਇਰਮੈਂਟ, ਕਿ ਕੋਈ ਵੀ ਇਨਵਾਇਰਮੈਂਟ ਦੇ ਵਿੱਚ ਜੋ ਕੋਈ ਵੀ ਤੁਹਾਨੂੰ ਪਹਿਲਾਂ ਦੱਸਿਆ ਕਿ ਕੋਈ ਵਾਇਰਸ ਹੈ, ਫੰਗਸ ਹੈ, ਕੋਈ ਵੀ ਮਤਲਬ ਡਸਟ ਪਾਰਟੀਕਲਸ ਨੇ, ਹੋਰ ਵੀ ਹਾਰਮਫੁਲ ਪੈਥੋਜਨਸ ਹੁੰਦੇ ਨੇ, ਅਤੇ ਉਹਨਾਂ ਨੂੰ ਇਹ ਸਾਡੀ ਬੋਡੀ ਵਿੱਚ ਐਂਟਰ ਕਰਨ ਤੋਂ ਰੋਕਦੇ ਆ, ਸਾਡੀ ਸੇਫਟੀ ਕਰਦੇ, ਤਾਂ ਜੋ ਕੋਈ ਵੀ ਇਸ ਤਰ੍ਹਾਂ ਦੀ ਕੋਈ ਇਨਫੈਕਸ਼ਨ ਸਾਡੀ ਬੋਡੀ ਦੇ ਵਿੱਚ ਐਂਟਰ ਨਾ ਕਰ ਸਕੇ। ਹਾਂਜੀ, ਨੈਕਸਟ ਹੈ ਜਿਹੜੀ ਲੇਅਰਸ ਆਫ ਐਪੀਡਰਮਿਸ। ਹੁਣ ਅਸੀਂ ਐਪੀਡਰਮਿਸ ਦੀ ਜਿਹੜੀਆਂ ਵੱਖ-ਵੱਖ ਲੇਅਰ ਨੇ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ, ਕਿਹੜੀਆਂ ਕਿਹੜੀਆਂ ਦੀਆਂ ਲੇਅਰਸ ਹੁੰਦੀਆਂ ਨੇ। ਜਿਵੇਂ ਫਸਟ ਹੈ ਜੀ ਟੌਪ ਮੋਸਟ ਲੇਅਰ ਹੈ ਸਟ੍ਰੈਟਮ ਕੋਰਨੀਅਮ ਲੇਅਰ। ਸੈਕਿੰਡ ਲੇਅਰ ਹੈ ਸਟ੍ਰੈਟਮ ਲੂਸੀਡਮ ਲੇਅਰ। ਇਹ ਉਹ ਲੇਅਰ ਹੁੰਦੀ ਹੈ ਜਿੱਥੇ ਆਪਣੀ ਜਿਹੜੀ ਸਕਿਨ ਹੁੰਦੀ ਹੈ ਜ਼ਿਆਦਾ ਹਾਰਡ ਹੁੰਦੀ ਹੈ, ਜਿਵੇਂ ਕਿ ਪਾਮਸ ਐਂਡ ਸੋਲ, ਜਿਵੇਂ ਸਾਡੇ ਹੱਥਾਂ ਜਾਂ ਪੈਰਾਂ ਦੀਆਂ ਤਲੀਆਂ ਹੋ ਗਈਆਂ, ਅਤੇ ਸਕਿਨ ਬਹੁਤ ਹਾਰਡ ਹੁੰਦੀ ਹੈ, ਤਾਂ ਇਹ ਓਨਲੀ ਉੱਥੇ ਇਹ ਆਪਣੇ ਹਾਰਡ ਸਕਿਨ ਦੇ ਵਿੱਚ ਹੀ ਹੁੰਦੀ ਹੈ ਸਟ੍ਰੈਟਮ ਲੂਸੀਡਮ ਲੇਅਰ। ਅਤੇ ਜਿਹੜੀ ਥਰਡ ਹੈ ਸਟ੍ਰੈਟਮ ਗ੍ਰੈਨੂਲਿਜ਼ਮ, ਫੋਰਥ ਹੈ ਸਟ੍ਰੈਟਮ ਸਪਿਨੋਜ਼ਮ ਐਂਡ ਲਾਸਟ ਲੇਅਰ ਹੈ ਜਿਹੜੀ ਸਟ੍ਰੈਟਮ ਜਰਮੀਨੇਟਮ ਵਿਚ ਇਜ਼ ਆਲਸੋ ਕਾਲਡ ਸਟ੍ਰੈਟਮ ਬੇਸਿਲੀ ਲੇਅਰ। ਇਹ ਐਪੀਡਰਮਿਸ ਦੀਆਂ ਜਿਹੜੀਆਂ ਇਹ 5 ਲੇਅਰ ਹੁੰਦੀਆਂ ਨੇ। ਤਾਂ ਹੁਣ ਅਸੀਂ ਦੇਖਦੇ ਹਾਂ ਕਿ ਇਹ ਲੇਅਰਸ ਕਿਸ ਤਰ੍ਹਾਂ ਬਣਦੀਆਂ ਨੇ, ਇਹਨਾਂ ਦੇ ਵਿੱਚ ਕਿਹੜਾ ਕੈਮੀਕਲ ਫਿਲ ਹੁੰਦਾ ਜਾਂ ਇਹ ਕਿਸ ਤਰ੍ਹਾਂ ਮਤਲਬ ਬਣਦੀਆਂ ਨੇ ਲੇਅਰ, ਇਹਨਾਂ ਬਾਰੇ ਅਸੀਂ ਗੱਲ ਕਰਾਂਗੇ ਕਿ ਜਿਹੜੀਆਂ 5 ਤਰ੍ਹਾਂ ਦੀਆਂ ਲੇਅਰ ਨੇ ਉਹ ਕਿਸ ਤਰ੍ਹਾਂ ਬਣਦੀਆਂ ਨੇ। ਠੀਕ ਹੈ। ਅਤੇ ਇਹਨਾਂ ਵਿੱਚ ਜਿਹੜੀ ਸਟ੍ਰੈਟਮ ਲੂਸੀਡਮ ਲੇਅਰ ਹੈ ਉਹ ਤੁਹਾਨੂੰ ਦੱਸ ਦਿੱਤਾ ਕਿ ਜਿਹੜੀ ਆਪਣੀ ਸਕਿਨ ਹਾਰਡ ਹੁੰਦੀ ਹੈ ਇਹ ਉੱਥੇ ਹੁੰਦੀ ਹੈ, ਜਿਵੇਂ ਕਿ ਪਾਮਸ ਐਂਡ ਸੋਲਸ। ਤਾਂ ਅਸੀਂ ਹੁਣ ਇਹਨਾਂ ਸਕਿਨ ਬਾਰੇ ਗੱਲ ਕਰ ਰਹੇ ਹਾਂ, ਜਿਵੇਂ ਤੁਸੀਂ ਡਾਇਗਰਾਮ ਦੇ ਵਿੱਚ ਦੇਖੋਗੇ। ਤਾਂ ਇਸ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਸਭ ਤੋਂ ਨੀਚੇ ਵਾਲੀ ਲੇਅਰ ਹੈ ਸਟ੍ਰੈਟਮ ਬੇਸਿਲੀ,
ਐਂਡ ਸਟਾਰਡਮ ਸਪਿਨੋਜ਼ਮ, ਨੈਕਸਟ ਸਟਾਰਡਮ ਗ੍ਰੈਨੂਲਿਜ਼ਮ ਤੇ ਐਂਡ ਸਟਾਰਡਮ ਜਿਹੜੀ ਹੈਗੀ ਹੈ ਸਟਾਰਡਮ ਕੋਰਨੀਅਮ। ਤਾਂ ਜਿਹੜੀ ਸਭ ਤੋਂ ਨੀਚੇ ਵਾਲੀ ਲੇਅਰ ਸਟਾਰਡਮ ਬਜ਼ੇਲੇ ਲੇਅਰ ਦੇ ਵਿੱਚ ਇੱਕ ਮਤਲਬ ਇਹ ਜਿਹੜੀ ਇਸ ਦੇ ਲੇਅਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਾਕਸ ਟਾਈਪ ਜਿਹੜੀ ਗ੍ਰੇ ਕਲਰ ਦੇ ਤੁਹਾਨੂੰ ਦਿਖਾਇਆ ਜਾ ਰਿਹਾ, ਇਹਦੇ ਵਿੱਚ ਕੀ ਹੁੰਦਾ ਹੈ, ਕੈਰਾਟੀਨ, ਇੱਕ ਪ੍ਰੋਟੀਨ ਦੇ ਸੈੱਲ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਕੈਰਾਟੀਨ ਕਹਿੰਦੇ ਹਾਂ। ਠੀਕ ਹੈ, ਇਸ ਦੇ ਵਿੱਚ ਉਹ ਜਿਹੜੇ ਮਤਲਬ ਕੈਰਾਟੀਨ ਦੇ ਸੈੱਲ ਹੈ ਇਹਦੇ ਵਿੱਚ ਜਮ੍ਹਾਂ ਹੁੰਦੇ ਰਹਿੰਦੇ ਹਨ। ਐਂਡ ਇਹ ਨੈਕਸਟ ਸਟਾਰਡਮ ਸਪਿਨੋਜ਼ਮ ਤੱਕ ਪਹੁੰਚਦੇ ਹਨ ਅਤੇ ਫਿਰ ਸਟਾਰਡਮ ਗ੍ਰੈਨੂਲਿਜ਼ਮ ਤੱਕ ਪਹੁੰਚਦੇ ਐਟ ਲਾਸਟ। 'ਤੇ ਜਦੋਂ ਇਹ ਸਟਾਰਡਮ ਕੋਰਨੀਅਮ ਤੱਕ ਪਹੁੰਚਦੇ ਹਨ ਤਾਂ ਇਹਨਾਂ ਦੀ ਜਿਹੜੀ ਅਪਰੋਕਸੀਮੇਟਲੀ 8 ਤੋਂ 10 ਇੱਕ ਫਲੈਟ ਲੇਅਰ ਬਣ ਜਾਂਦੀ ਹੈ। ਅਤੇ ਜਿਸ ਜਿਹੜੀ ਕਿ ਕੋਰਨੀਅਮ ਹੁੰਦੀ ਹੈ, ਕੋਰਨੀਅਮ ਕੰਪਲੀਟਲੀ ਫਿਲਡ ਆਫ ਕੈਰਾਟੀਨ। ਕੈਰਾਟੀਨ ਜਿਹੜਾ ਸਾਡੀ ਬੋਡੀ ਦਾ ਇੱਕ ਅਜਿਹਾ ਪ੍ਰੋਟੀਨ ਹੁੰਦਾ ਹੈ ਜਿਹੜਾ ਸਭ ਤੋਂ ਜ਼ਿਆਦਾ ਹਾਰਡ, ਟਫ ਐਂਡ ਵਾਟਰਪ੍ਰੂਫ ਹੁੰਦਾ ਹੈ। ਇਸ ਤਰ੍ਹਾਂ ਜਿਹੜੀ ਸਟਾਰਡਮ ਕੋਰਨੀਅਮ ਲੇਅਰ ਹੈ ਉਹ ਕੰਪਲੀਟਲੀ ਜਿਹੜੀ ਹੁੰਦੀ ਹੈ, ਟੋਟਲੀ ਕੰਪਲੀਟਲੀ ਹੁੰਦੀ ਹੈ ਜਿਹੜੀ ਉਹ ਕੈਰਾਟੀਨ ਦੀ ਬਣੀ ਹੁੰਦੀ ਹੈ। ਜਿਹੜੀ ਸਟਾਰਡਮ ਕੋਰਨੀਅਮ ਇਜ਼ ਕੰਪਲੀਟਲੀ ਮੇਡ ਅਪ ਆਫ ਕੈਰਾਟੀਨ। ਸਟਾਰਡਮ ਕੋਰਨੀਅਮ ਦੇ ਜਿਹੜੇ ਸੈੱਲ ਹੁੰਦੇ ਨੇ ਉਹ ਕੰਪਲੀਟਲੀ ਡੈਡ ਸੈੱਲ ਹੁੰਦੇ ਹਨ, ਕਿਉਂਕਿ ਸਟਾਰਡਮ ਜਰਮੋਲਿਜ਼ਮ ਤੱਕ ਆਉਂਦੇ ਇਹ ਇੱਕ ਮਕੈਨਿਜ਼ਮ ਫੋਲੋ ਕਰਦੇ ਹਨ ਜਿਸ ਨੂੰ ਐਪੋਪਟੋਸਿਸ ਕਿਹਾ ਜਾਂਦਾ ਹੈ, ਜਿਹਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਪ੍ਰੋਗਰਾਮ ਸੈਂਟਰਡ, ਠੀਕ ਹੈ, ਪ੍ਰੋਗਰਾਮ ਨੂੰ ਸੈਂਟਰਡ ਕਰਨਾ ਹੁੰਦਾ ਹੈ। ਜਿਵੇਂ ਕਿ ਤੁਹਾਡਾ ਦਿਮਾਗ ਤੁਹਾਨੂੰ ਸਿਗਨਲ ਦਿੰਦਾ ਹੈ ਕਿ ਹੁਣ ਇਹਨਾਂ ਸੈਲਸ ਦੀ ਜ਼ਰੂਰਤ ਨਹੀਂ ਹੈ, ਠੀਕ ਹੈ, ਕਿ ਇਹਨਾਂ ਸੈਲਸ ਨੂੰ ਡੈਡ ਹੋਣਾ ਚਾਹੀਦਾ। ਇਸ ਤਰ੍ਹਾਂ ਜਿਹੜੀ ਸਟਾਰਡਮ ਕੋਰਨੀਅਮ ਲੇਅਰ ਹੈ ਤਾਂ ਜਿਹੜੇ ਇਸ ਦੇ ਸੈੱਲ ਹੁੰਦੇ ਨੇ ਕੈਰਾਟੀਨ ਦੇ ਸੈੱਲ ਹੁੰਦੇ ਨੇ। ਅਤੇ ਇਸ ਤਰ੍ਹਾਂ ਇਹ ਲੇਅਰ ਹੈ ਕਿ ਅਸੀਂ ਜਿਹੜੀ ਇਸ ਲੇਅਰ ਨੂੰ ਕੰਟੀਨਿਊਲੀ ਸ਼ੇਡ ਕਰਦੇ ਰਹਿੰਦੇ ਹਾਂ। ਜਿਵੇਂ ਕਿ ਮਤਲਬ ਇਸ ਜਿਹੜੇ ਇਹਦੇ ਸੈੱਲ ਹੁੰਦੇ ਨੇ ਉਹ ਡੈਡ ਹੁੰਦੇ ਰਹਿੰਦੇ ਨੇ ਅਤੇ ਇਹ ਸਕਿਨ ਹੈ ਜਿਹੜੀ ਰਿਮੂਵ ਹੁੰਦੀ ਰਹਿੰਦੀ ਹੈ, ਹੌਲੀ ਹੌਲੀ ਰਿਮੂਵ ਹੁੰਦੀ ਰਹਿੰਦੀ ਹੈ। ਅਤੇ ਇਹਦੇ ਜਿਹੜੇ ਮਤਲਬ ਪੁਰਾਣੇ ਸੈੱਲ ਹੈ, ਡੈਡ ਸੈੱਲ ਹੁੰਦੇ ਨੇ, ਉਹ ਰਿਮੂਵ ਹੋ ਜਾਂਦੇ ਨੇ, ਅਤੇ ਜਿਹੜੇ ਇਹਦੇ ਵਿੱਚ ਨਵੇਂ ਸੈੱਲ ਹੁੰਦੇ ਨੇ ਉਹ ਸਟਾਰਡਮ ਬਜ਼ੇਲੇ ਲੇਅਰ ਦੇ ਵਿੱਚੋਂ ਨਵੇਂ ਸੈੱਲ ਬਣਦੇ ਰਹਿੰਦੇ ਨੇ, ਜੋ ਕਿ ਅੱਗੇ ਨਵੀਂ ਲੇਅਰ ਜਾਂ ਨਵੀਂ ਸਕਿਨ ਬਣਾਉਣ ਦੇ ਵਿੱਚ ਹੈਲਪਫੁਲ ਹੁੰਦੇ ਨੇ। ਤਾਂ ਜੋ ਕਿ ਅਪਰੋਕਸੀਮੇਟਲੀ ਹਰ 28 ਦਿਨ ਤੋਂ ਬਾਅਦ ਸਟਾਰਡਮ ਕੋਰਨੀਅਮ ਲੇਅਰ ਨਵੀਂ ਬਣਦੀ ਰਹਿੰਦੀ ਹੈ, ਠੀਕ ਹੈ। ਵੀ ਹੈਵ ਅ ਨਿਊ ਲੇਅਰ ਆਫ ਸਟਾਰਡਮ ਕੋਰਨੀਅਮ ਆਫਟਰ ਐਵਰੀ 28 ਡੇਜ਼। ਇਸ ਤਰ੍ਹਾਂ ਜਿਹੜੇ ਸਟਾਰਡਮ ਬਜ਼ੇਲੇ ਤੋਂ ਸ਼ੁਰੂ ਹੋ ਕੇ ਉੱਪਰ ਤੱਕ ਜਿਹੜੇ ਸੈੱਲ ਇਸ ਨੂੰ ਕੰਪਲੀਟ ਕਰਦੇ ਰਹਿੰਦੇ ਹਨ, ਜਿਸ ਨੂੰ ਅਸੀਂ ਕੈਰਾਟਿਨ, ਜਿਹੜੇ ਕੈਰਾਟਿਨ ਸੈੱਲਸ ਹੁੰਦੇ ਹਨ ਜਿਨ੍ਹਾਂ ਨੂੰ ਕਿ ਕੈਰਾਟਿਨੋਸਾਈਟਸ ਕਹਿੰਦੇ ਹਨ। ਇਸ ਤਰ੍ਹਾਂ ਜਿਹੜੀ ਸਟਾਰਡਮ ਕੋਰਨੀਅਮ ਲੇਅਰ ਹੁੰਦੀ ਹੈ ਉਹ ਟੋਟਲੀ ਜਿਹੜੀ ਹੁੰਦੀ ਹੈ ਕੈਰਾਟਿਨ ਦੀ ਬਣ ਜਾਂਦੀ ਹੈ, ਬਹੁਤ ਹਾਰਡ ਹੁੰਦੀ ਹੈ। ਤਾਂ ਜਿਹੜੀ ਇਸ ਦੇ ਵਿੱਚ ਲੇਅਰ ਤੁਹਾਨੂੰ ਦੱਸਿਆ ਗਿਆ ਹੈ ਸਟਾਰਡਮ, ਜਿਹੜੀ ਸਟਾਰਡਮ ਲੂਸੀਡਮ ਲੇਅਰ ਉਹ ਇਹਦੇ ਵਿੱਚ ਨਹੀਂ ਹੈ, ਕਿਉਂਕਿ ਉਹ ਤੁਹਾਨੂੰ ਦੱਸਿਆ ਹੋਇਆ ਕਿ ਜਿੱਥੇ ਆਪਣੀ ਸਕਿਨ ਹਾਰਡ ਹੁੰਦੀ ਹੈ ਪਾਮਸ ਐਂਡ ਸੋਲ ਦੇ ਵਿੱਚ, ਉਹ ਆਪਣੀ ਜਿਹੜੀ ਸਕਿਨ ਹੁੰਦੀ ਹੈ ਲੇਅਰ ਹੁੰਦੀ ਹੈ ਸਟਾਰਡਮ ਲੂਸੀਡਮ ਉੱਥੇ ਹੁੰਦੀ ਹੈ ਜਿੱਥੇ ਆਪਣੀ ਸਕਿਨ ਹਾਰਡ ਹੁੰਦੀ ਹੈ, ਠੀਕ ਹੈ। ਤਾਂ ਨੈਕਸਟ ਅਸੀਂ ਇਸ ਦੇ ਜਿਹੜੇ ਸੈੱਲ ਹੁੰਦੇ ਆ ਜਿਵੇਂ ਕੈਰਾਟਿਨੋਸਾਈਟਸ ਸੈੱਲ ਹੁੰਦੇ ਨੇ ਜਿਹੜੇ ਇਹਦੇ ਵਿੱਚ ਸਕਿਨ ਨੂੰ ਬਣਾਉਣ ਦੇ ਵਿੱਚ, ਇਹਦੀਆਂ ਲੇਅਰਸ ਬਣਾਉਣ ਦੇ ਵਿੱਚ ਹੈਲਪ ਕਰਦੇ ਨੇ। ਇਸ ਤੋਂ ਬਿਨਾਂ ਇਸ ਦੇ ਹੋਰ ਵੀ ਕਈ ਤਰ੍ਹਾਂ ਦੇ ਸੈੱਲਸ ਹੁੰਦੇ ਨੇ ਐਪੀਡਰਮਿਸ ਦੇ, ਜਿਨ੍ਹਾਂ ਬਾਰੇ ਅਸੀਂ ਗੱਲ ਕਰਦੇ ਹਾਂ। ਤਾਂ ਦੇਖੋ ਸੈੱਲਸ ਆਫ ਐਪੀਡਰਮਿਸ, ਇਸ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਹੜੇ 4 ਤਰ੍ਹਾਂ ਦੇ ਸੈੱਲਸ ਨੇ ਐਪੀਡਰਮਿਸ ਦੇ, 4 ਤਰ੍ਹਾਂ ਦੇ ਜਿਹੜੇ ਸੈੱਲ ਨੇ। ਫਸਟ ਜਿਹੜੇ ਕੈਰਾਟਿਨੋਸਾਈਟਸ ਐਂਡ ਮੈਲਾਨੋਸਾਈਟਸ, ਲੰਗਰਹੈਂਸ ਸੈੱਲ ਐਂਡ ਮਾਰਕਲ ਸੈੱਲਸ, ਠੀਕ ਹੈ। ਜਿਹੜੇ ਕੈਰਾਟਿਨੋਸਾਈਟਸ ਹੁੰਦੇ ਨੇ ਇਹ ਜਿਹੜੇ ਕੈਰਾਟਿਨ ਬਣਾਉਣ ਦਾ ਕੰਮ ਕਰਦੇ ਨੇ ਸਾਡੇ ਵਿੱਚ। ਤੁਹਾਨੂੰ ਦੱਸਿਆ ਵੀ ਜਿਹੜੀ ਆਪਣੀ ਲੇਅਰ ਬਣਦੀ ਹੈ ਉਹ ਕੈਰਾਟਿਨ ਦੀ ਬਣੀ ਹੁੰਦੀ ਹੈ, ਸਟਾਰਡਮ ਕੋਰਨੀਅਮ ਲੇਅਰ। ਤਾਂ ਇਹ ਕੈਰਾਟਿਨ ਸੈੱਲ ਨੂੰ ਬਣਾਉਣ ਵਿੱਚ ਮਦਦ ਕਰਦੇ ਨੇ। ਅਤੇ ਕੈਰਾਟਿਨੋਸਾਈਟਸ ਇਜ਼ ਰਿਸਪੋਂਸੀਬਲ ਫॉर ਫਾਰਮੇਸ਼ਨ ਆਫ ਕੈਰਾਟਿਨ। ਐਂਡ ਜਿਹੜੇ ਮੈਲਾਨੋਸਾਈਟਸ ਜਿਹੜੇ ਸੈੱਲ ਹੁੰਦੇ ਨੇ ਇਹ ਇੱਕ ਇਹੋ ਜਿਹੇ ਸੈੱਲ ਹੁੰਦੇ ਨੇ ਜੋ ਸਾਡੇ ਬੋਡੀ ਵਿੱਚ ਪਿਗਮੈਂਟ ਨੂੰ ਰਿਲੀਜ਼ ਕਰਦੇ ਨੇ, ਜਿਨ੍ਹਾਂ ਨੂੰ ਮੈਲਾਨਿਨ ਕਹਿੰਦੇ ਹਨ। ਇਹ ਮੈਲਾਨਿਨ ਜੋ ਹੁੰਦੇ ਨੇ ਮੈਲਾਨਿਨ ਪਿਗਮੈਂਟ ਜੋ ਹੁੰਦੇ ਨੇ ਸਾਡੀ ਬੋਡੀ ਨੂੰ ਸੂਰਜ ਦੀਆਂ ਜਿਹੜੀਆਂ ਕਿਰਨਾਂ ਹੁੰਦੀਆਂ ਨੇ, ਹਾਰਮਫੁਲ ਰੇਡੀਏਸ਼ਨ, ਯੂਵੀ ਰੇਡੀਏਸ਼ਨ ਹੁੰਦੀਆਂ ਨੇ ਸੂਰਜ ਦੀਆਂ, ਉਹਨਾਂ ਤੋਂ ਸਾਨੂੰ ਬਚਾਉਣ ਦਾ ਕੰਮ ਕਰਦੇ ਨੇ। ਜਿਵੇਂ ਕਿ ਜਿਹੜੇ ਲੋਕ ਜ਼ਿਆਦਾਤਰ ਗਰਮ ਏਰੀਏ ਦੇ ਵਿੱਚ ਰਹਿੰਦੇ ਨੇ, ਬਹੁਤ ਜ਼ਿਆਦਾ ਗਰਮ ਏਰੀਏ ਦੇ ਵਿੱਚ ਰਹਿੰਦੇ ਨੇ, ਤਾਂ ਉਹਨਾਂ ਦੀ ਜਿਹੜੀ ਸਕਿਨ ਦਾ ਕਲਰ ਹੁੰਦਾ ਬਹੁਤ ਜ਼ਿਆਦਾ ਡਾਰਕ ਹੁੰਦਾ, ਠੀਕ ਹੈ। ਮਤਲਬ ਕਿ ਉਹ ਲੋਕਾਂ ਦਾ ਰੰਗ ਜੋ ਕਾਲਾ ਹੁੰਦਾ ਹੈ। ਅਤੇ ਜਿਹੜੇ ਲੋਕ ਥੋੜ੍ਹੇ ਜਿਹੇ ਮਤਲਬ ਠੰਡੇ ਏਰੀਏ ਦੇ ਵਿੱਚ ਰਹਿੰਦੇ ਨੇ, ਜ਼ਿਆਦਾ ਗਰਮ ਏਰੀਏ ਦੇ ਵਿੱਚ ਨਹੀਂ ਰਹਿੰਦੇ, ਤਾਂ ਜਿਹੜੇ ਉਹਨਾਂ ਦਾ ਸਕਿਨ ਕਲਰ ਹੁੰਦਾ ਉਹ ਲਾਈਟ ਹੁੰਦਾ ਹੈ। ਅਤੇ ਜਿਹੜੇ ਇਸ ਤਰ੍ਹਾਂ ਜਿਹੜੇ ਮੈਲਾਨੋਸਾਈਟਸ ਹੁੰਦੇ ਨੇ ਇਹ ਮੈਲਾਨਿਨ ਨੂੰ ਪ੍ਰੋਡਿਊਸ ਕਰਦੇ ਨੇ। ਜਿਹੜੇ ਪਿਗਮੈਂਟਸ ਹੁੰਦੇ ਨੇ ਸਾਡੇ ਸਕਿਨ ਨੂੰ ਜਿਹੜੇ ਕਲਰ ਦਿੰਦੇ ਨੇ, ਇਸ ਤਰ੍ਹਾਂ ਸਾਡੇ ਸਕਿਨ ਦਾ ਕਲਰ ਪਤਾ ਚੱਲਦਾ ਰਹਿੰਦਾ ਸਾਨੂੰ। ਤਾਂ ਜਿਹੜੇ ਮੈਲਾਨੋਸਾਈਟਸ ਇਜ਼ ਰਿਸਪੋਂਸੀਬਲ ਫॉर ਫਾਰਮੇਸ਼ਨ ਆਫ ਮੈਲਾਨਿਨ, ਠੀਕ ਹੈ।
ਨੈਕਸਟ ਜੋ ਸੈੱਲ ਨੇ ਲੰਗਰਹੰਸ ਸੈੱਲ। ਬੇਸਿਕਲੀ ਸਾਡੀ ਬੋਡੀ ਦੇ ਵਿੱਚ 3 ਤਰ੍ਹਾਂ ਦੇ ਬਲੱਡ ਸੈੱਲਸ ਹੁੰਦੇ ਨੇ, ਜਿਵੇਂ RBC, WBC ਐਂਡ ਪਲੇਟਲੈਟਸ। ਜੋ RBC ਹੁੰਦੇ ਨੇ ਰੈੱਡ ਬਲੱਡ ਸੈੱਲਸ, ਉਹ ਸਾਡੀ ਆਕਸੀਜਨ ਨੂੰ, ਸਾਡੇ ਅੰਦਰ ਆਕਸੀਜਨ ਨੂੰ ਕੈਰੀ ਕਰਨ ਦਾ ਕੰਮ ਕਰਦੇ ਨੇ। WBC ਪ੍ਰੋਟੈਕਸ਼ਨ ਹਾਰਮਫੁਲ ਹੁੰਦੇ ਨੇ। ਐਂਡ ਜੋ ਬਲੱਡ ਪਲੇਟਲੈਟਸ ਹੁੰਦੇ ਨੇ ਉਹ ਜਿਵੇਂ ਕੋਈ ਸਾਡੀ ਇੰਜਰੀ ਹੋਣ 'ਤੇ ਸਾਡੇ ਜਿਹੜੇ ਬਲੱਡ ਨੂੰ ਨਿਕਲਣ ਤੋਂ ਰੋਕਦੇ ਨੇ। ਠੀਕ ਹੈ, ਬੇਸਿਕਲੀ ਇਹ ਜਿਹੜੇ ਕਲੌਟ ਫਾਰਮੇਸ਼ਨ ਦਾ ਕੰਮ ਕਰਦੇ ਨੇ। ਇਸ ਤਰ੍ਹਾਂ ਇਹ ਸੈੱਲ ਜਿਹੜੇ ਸਾਡੇ ਬਲੱਡ ਦੇ ਵਿੱਚ ਹੋਣ ਵਾਲੇ ਇਨਫੈਕਸ਼ਨ ਨੂੰ ਰੋਕਦੇ ਨੇ ਅਤੇ ਉਸਨੂੰ ਖਤਮ ਕਰਦੇ ਨੇ। ਅਤੇ ਜੋ ਨੈਕਸਟ ਸੈੱਲ ਨੇ ਮਾਰਕਲ ਸੈੱਲਸ, ਇਹ ਟੱਚ ਦੀ ਸੈਂਸੇਸ਼ਨ ਨੂੰ ਕੈਰੀ ਕਰਦੇ ਨੇ। ਇਹ ਜੋ ਵੀ ਸਾਡੇ ਟੱਚ ਦੀ ਸੈਂਸੇਸ਼ਨ ਹੁੰਦੀ ਹੈ, ਜਿਵੇਂ ਕਿ ਸਾਨੂੰ ਕੋਈ ਜ਼ੋਰ ਦੀ ਪਿੰਚ ਕਰਦਾ ਹੈ, ਟੱਚ ਕਰਦਾ ਹੈ, ਤਾਂ ਜਿਹੜੀ ਇਸ ਤਰ੍ਹਾਂ ਦੀ ਕੋਈ ਸੈਂਸੇਸ਼ਨ ਹੁੰਦੀ ਹੈ, ਉਹ ਟੱਚ ਦੀ ਸੈਂਸੇਸ਼ਨ ਨੂੰ ਨਰਵਸ ਸਿਸਟਮ ਤੱਕ ਪਹੁੰਚਾਉਣ ਦਾ ਕੰਮ ਮਾਰਕਲ ਸੈੱਲ ਦਾ ਹੁੰਦਾ ਹੈ। ਠੀਕ ਹੈ, ਇਸ ਤਰ੍ਹਾਂ ਜਿਹੜੇ ਚਾਰੋਂ ਸੈੱਲਸ ਹੁੰਦੇ ਨੇ, ਜਿਵੇਂ ਫਸਟ ਹੈ ਕੈਰਾਟਿਨੋਸਾਈਟਸ ਰਿਸਪੋਂਸੀਬਲ ਫॉर ਕੈਰਾਟਿਨ। ਜਿਹੜੇ ਮੈਲਾਨੋਸਾਈਟਸ ਨੇ ਉਹ ਮੈਲਾਨਿਨ ਨੂੰ ਪ੍ਰੋਡਿਊਸ ਕਰਦੇ ਨੇ। ਅਤੇ ਜਿਹੜੇ ਲੰਗਰਹੰਸ ਸੈੱਲ ਨੇ ਉਹ ਪ੍ਰੋਟੈਕਸ਼ਨ ਵਿੱਚ ਹੈਲਪਫੁਲ ਹੁੰਦੇ ਨੇ। ਅਤੇ ਜੋ ਲਾਸਟ ਹੈ ਮਾਰਕਲ ਸੈੱਲਸ ਹੁੰਦੇ ਨੇ, ਉਹ ਟੱਚ ਦੀ ਸੈਂਸੇਸ਼ਨ ਨੂੰ ਕੈਰੀ ਕਰਦੇ ਨੇ। ਠੀਕ ਹੈ, ਨੈਕਸਟ ਅਸੀਂ ਗੱਲ ਕਰਦੇ ਹਾਂ ਫੰਕਸ਼ਨਸ ਦੀ। ਜਿਹੜੇ ਫੰਕਸ਼ਨਸ ਨੇ ਐਪੀਡਰਮਿਸ ਦੇ ਫੰਕਸ਼ਨਸ ਦੀ ਗੱਲ ਕਰੀਏ ਤਾਂ ਫਸਟ ਹੈ ਜਿਹੜਾ ਪ੍ਰੋਟੈਕਸ਼ਨਸ ਨੇ, ਕਿ ਪ੍ਰੋਟੈਕਸ਼ਨ ਦੇ ਵਿੱਚ ਇਹ ਸਾਡੀ ਹੈਲਪ ਕਰਦੇ ਨੇ, ਜੋ ਕਿ ਜਿਵੇਂ ਇਹ ਕੈਰਾਟਿਨ ਦੀ ਲੇਅਰਸ ਨੂੰ ਹਾਰਡ ਕਰਨਾ ਅਤੇ ਪ੍ਰੋਟੈਕਸ਼ਨ ਦੇਣਾ ਹੁੰਦਾ ਹੈ। ਜੋ ਵੀ ਸਾਡੀ ਬੋਡੀ ਦੇ ਇੰਟਰਨਲ ਔਰਗਨਸ ਨੂੰ ਇਹ ਪ੍ਰੋਟੈਕਸ਼ਨ ਦੇਣ ਦਾ ਕੰਮ ਕਰਦੇ ਨੇ। ਠੀਕ ਹੈ, ਜੋ ਨੈਕਸਟ ਹੈ ਰੈਗੂਲੇਸ਼ਨ ਆਫ ਬੋਡੀ ਟੈਂਪਰੇਚਰ, ਕਿਉਂਕਿ ਜਿਹੜੀ ਸਾਡੀ ਬੋਡੀ ਦੇ ਵਿੱਚ ਬਹੁਤ ਸਾਰੇ ਸਵੈਟ ਪੋਰਸ ਪਾਏ ਜਾਂਦੇ ਹਨ, ਜਿਨ੍ਹਾਂ ਰਾਹੀਂ ਸਾਨੂੰ ਪਸੀਨਾ ਆਉਂਦਾ ਹੈ। ਅਤੇ ਜਿਵੇਂ ਪਸੀਨਾ ਆਉਣ ਨਾਲ ਸਾਨੂੰ ਹਵਾ ਲੱਗਦੀ ਹੈ ਤਾਂ ਜਿਹੜਾ ਸਾਡਾ ਬੋਡੀ ਦਾ ਟੈਂਪਰੇਚਰ ਹੈ ਉਹ ਕੂਲ ਡਾਊਨ ਹੁੰਦਾ ਹੈ, ਜਿਸ ਨਾਲ ਜਿਹੜਾ ਸਾਡਾ ਟੈਂਪਰੇਚਰ ਹੈ ਉਹ ਸੈੱਟ ਰਹਿੰਦਾ ਹੈ। ਠੀਕ ਹੈ, ਕਿਉਂਕਿ ਜਿਹੜਾ ਸਾਡੀ ਬੋਡੀ ਦਾ ਆਪਟੀਮਮ ਟੈਂਪਰੇਚਰ ਹੈ ਉਹ 37 ਡਿਗਰੀ ਹੁੰਦਾ ਹੈ, ਕਿ ਜੇਕਰ ਇਸ ਤੋਂ ਘੱਟ ਜਾਵੇ ਤਾਂ ਵੀ ਖਤਰਨਾਕ ਹੁੰਦਾ ਹੈ, ਜੇਕਰ ਟੈਂਪਰੇਚਰ ਇਸ ਤੋਂ ਜ਼ਿਆਦਾ ਵੱਧ ਜਾਵੇ ਤਾਂ ਵੀ ਸਾਡੇ ਲਈ ਖਤਰਨਾਕ ਹੁੰਦਾ ਹੈ। ਨੈਕਸਟ ਹੈ ਮਾਰਕਲ ਸੈੱਲਸ ਸੈਂਸੇਸ਼ਨ, ਜੋ ਕਿ ਮਾਰਕਲ ਸੈੱਲਸ ਹੁੰਦੇ ਨੇ ਜੋ ਟੱਚ ਦੀ ਸਾਡੀ ਸੈਂਸੇਸ਼ਨ ਨੂੰ ਐਪੀਡਰਮਿਸ ਲੇਅਰ ਤੱਕ ਪਹੁੰਚਾਉਣ ਦਾ ਕੰਮ ਕਰਦੇ ਨੇ। ਠੀਕ ਹੈ, ਅਤੇ ਜੋ ਕਿ ਸੈਂਸੇਸ਼ਨ ਲਈ ਜ਼ਿੰਮੇਵਾਰ ਹੁੰਦੇ ਨੇ, ਟੱਚ ਦੀ ਸੈਂਸੇਸ਼ਨ ਦਾ ਕੰਮ ਕਰਨ ਵਾਲੇ ਮਾਰਕਲ ਸੈੱਲਸ ਹੁੰਦੇ ਨੇ। ਠੀਕ ਹੈ, ਨੈਕਸਟ ਹੈ ਐਕਸਕ੍ਰੀਸ਼ਨਸ, ਜਿਵੇਂ ਕਿ ਪਸੀਨੇ ਵਿੱਚ ਬਹੁਤ ਸਾਰੇ ਸੈਲਟ ਹੁੰਦੇ ਨੇ ਐਂਡ ਸੋਡੀਅਮ ਦੇ ਇਹਦੇ ਵਿੱਚ ਸੋਡੀਅਮ ਦੇ ਆਇਲ ਦੀ ਰੀਪ੍ਰੈਜ਼ੈਂਟ ਹੁੰਦੀ ਹੈ, ਜਿਸ ਨਾਲ ਕਿ ਜਿਵੇਂ ਦੈਨ ਇਟ ਇਜ਼ ਆਲਸੋ ਹੈਲਪਫੁਲ ਇਨ ਵਿਟਾਮਿਨ ਡੀ, ਜੋ ਕਿ ਸਾਡੀ ਸਕਿਨ ਨੂੰ ਕਲਰ ਦੇਣ ਦਾ ਵੀ ਕੰਮ ਕਰਦੇ ਨੇ। ਠੀਕ ਹੈ, ਜਿਸ ਨਾਲ ਸਾਡੀ ਸਕਿਨ ਨੂੰ ਕਲਰ ਵੀ ਮਿਲਦਾ ਰਹਿੰਦਾ ਅਤੇ ਸਾਡੇ ਜਿਹੜੇ ਬੋਡੀ ਦੇ ਵਿੱਚ ਜੋ ਵੀ ਕੈਰਾਟੀਨ ਹੈ, ਸਕਿਨ ਕਲਰ ਹੈ, ਉਹਦੇ ਲਈ ਜਿਹੜੇ ਹੈਲਪਫੁਲ ਹੁੰਦੇ ਨੇ। ਇਸ ਤਰ੍ਹਾਂ ਜਿਹੜੇ ਵੀ ਇਹ ਐਪੀਡਰਮਿਸ ਦੇ ਸੈੱਲ ਨੇ, ਇਹ ਵੱਖ-ਵੱਖ ਤਰ੍ਹਾਂ ਦੀ ਜਿਹੜੇ ਕੰਮ ਕਰਦੇ ਸਾਡੇ ਲਈ, ਜਿਵੇਂ ਪ੍ਰੋਟੈਕਸ਼ਨ ਦਾ ਕੰਮ ਕਰਨਾ, ਸਾਡੀ ਬੋਡੀ ਨੂੰ ਕਲਰ ਦੇਣਾ, ਇਹ ਟੈਂਪਰੇਚਰ ਨੂੰ ਸੈੱਟ ਰੱਖਣਾ, ਟੱਚ ਦੀ ਸੈਂਸੇਸ਼ਨ ਹੋ ਗਈ, ਜਾਂ ਹੋਰ ਵੀ ਕਈ ਕੰਮ ਹੁੰਦੇ ਨੇ ਜਿਹੜੇ ਸਾਡੇ ਸਕਿਨ ਲਈ ਇਹ ਕਰਦੇ ਨੇ। ਠੀਕ ਹੈ, ਇਸ ਤਰ੍ਹਾਂ ਤੁਸੀਂ ਇਹਨਾਂ ਬਾਰੇ ਸਮਝ ਚੁੱਕੇ ਹੋ ਕਿ ਆਪਣੇ ਜਿਹੜੇ ਜੋ ਵੀ ਇਹਦੇ ਫੰਕਸ਼ਨਸ ਨੇ ਐਪੀਡਰਮਿਸ ਦੇ। ਠੀਕ ਹੈ, ਓਕੇ ਜੀ, ਥੈਂਕ ਯੂ।